हाँ जी, सत श्री अकाल जी साਰਿਆਂ ਨੂੰ। पंजाब मेरी ਤੁਹਾਡਾ ਬਹੁਤ-ਬਹੁਤ ਸਵਾਗਤ ਕਰਦੇ ਹਾਂ ਤੇ ਅੱਜ ਗੱਲ ਕਰਾਂਗੇ ਇੰਟਰਸਟਿੰਗ ਫੈਕਟਸ ਬਾਰੇ। ਕੁਝ ਉਹ ਡੂੰਘੀਆਂ ਜਾਣਕਾਰੀਆਂ ਜੋ ਸ਼ਾਇਦ ਤੁਹਾਨੂੰ ਨਹੀਂ ਪਤਾ ਹੋਣਗੀਆਂ, ਜਿਵੇਂ ਕਿ ਕ੍ਰਿਕਟ ਵਿੱਚ ਅਮਰੀਕਾ ਕੈਨੇਡਾ ਵਰਗੇ ਦੇਸ਼ ਵਰਲਡ ਕੱਪ ਕਿਉਂ ਨਹੀਂ ਖੇਡਦੇ ਤੇ ਅਮਰੀਕਾ ਵਿੱਚ ਦੁਨੀਆ ਦਾ ਸਭ ਤੋਂ ਜ਼ਿਆਦਾ ਸੋਨਾ ਕਿੱਥੇ ਰੱਖਿਆ ਹੋਇਆ ਹੈ ਤੇ ਇੰਡੀਆ ਵਿੱਚ ਕਿਸੇ ਵੀ ਸ਼ਹਿਰ ਦਾ ਨੇਮ ਚੇਂਜ ਕਰਨ ਤੇ ਕਿੰਨੇ ਕਰੋੜਾਂ ਦਾ ਖਰਚ ਆ ਜਾਂਦਾ ਹੈ ਤੇ ਇਨਸਾਨ ਦੇ ਹੱਥਾਂ ਵਿੱਚ ਜੋ ਲਕੀਰਾਂ ਬਣਦੀਆਂ ਨੇ ਇਹਨਾਂ ਦੇ ਬਣਨ ਦਾ ਅਸਲ ਕਾਰਨ ਕੀ ਹੈ। ਸੋ ਇਸੇ ਤਰ੍ਹਾਂ ਦੀਆਂ ਕੁਝ ਇੰਟਰਸਟਿੰਗ ਗੱਲਾਂ ਕਰਾਂਗੇ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ, ਜਿਵੇਂ ਕਿ ਕ੍ਰਿਕਟ ਨੂੰ ਜੈਂਟਲਮੈਨ ਗੇਮ ਕਿਹਾ ਜਾਂਦਾ ਹੈ ਤੇ ਇਸ ਨੂੰ ਇੰਗਲੈਂਡ ਬ੍ਰਿਟੇਨ ਨੇ ਹੀ ਸਭ ਤੋਂ ਪਹਿਲਾਂ 1799 ਦੇ ਲਗਭਗ ਖੋਜਿਆ ਸੀ ਤੇ ਅੱਜ ਦੇ ਸਮੇਂ ਕ੍ਰਿਕਟ 108 ਦੇਸ਼ਾਂ ਵਿੱਚ ਖੇਡਿਆ ਜਾਂਦਾ ਹੈ ਤੇ ਤੁਹਾਨੂੰ ਦੱਸ ਦਈਏ ਕਿ ਵਰਲਡ ਕੱਪ ਵਿੱਚ ਉਹੀ ਦੇਸ਼ ਕ੍ਰਿਕਟ ਖੇਡਦੇ ਨੇ ਜਿਨ੍ਹਾਂ ਤੇ ਕਿਸੇ ਸਮੇਂ ਬ੍ਰਿਟੇਨ ਨੇ ਕਦੇ ਨਾ ਕਦੇ ਰਾਜ ਕੀਤਾ ਸੀ, ਜਿਵੇਂ ਕਿ ਇੰਡੀਆ, ਆਸਟ੍ਰੇਲੀਆ, ਨਿਊਜ਼ੀਲੈਂਡ ਤੇ ਹੋਰ ਬਹੁਤ ਸਾਰੇ ਦੇਸ਼। ਪਰ ਅਮਰੀਕਾ ਤੇ ਕੈਨੇਡਾ ਤੇ ਵੀ ਬ੍ਰਿਟੇਨ ਨੇ ਰਾਜ ਕੀਤਾ ਸੀ, ਪਰ ਉਹਨਾਂ ਨੇ ਕ੍ਰਿਕਟ ਤੋਂ ਜ਼ਿਆਦਾ ਬੇਸਬਾਲ ਨੂੰ ਮਸ਼ਹੂਰ ਕੀਤਾ। ਸੋ ਅੱਜ ਦੇ ਸਮੇਂ ਇੰਟਰਨੈਸ਼ਨਲ ਕ੍ਰਿਕਟ ਉਹਨਾਂ ਦੇਸ਼ਾਂ ਵਿੱਚ ਹੀ ਖੇਡਿਆ ਜਾਂਦਾ ਹੈ ਜਿੱਥੇ ਗੋਰਿਆਂ ਦਾ ਕਦੇ ਨਾ ਕਦੇ ਰਾਜ ਰਿਹਾ ਹੋਵੇ, ਕਿਉਂਕਿ ਜਿਹੜੇ ਦੇਸ਼ਾਂ ਵਿੱਚ ਉਹਨਾਂ ਦਾ ਰਾਜ ਰਿਹਾ ਉੱਥੇ ਉਹ ਆਪਣੇ ਦੇਸ਼ ਦੀ ਗੇਮ ਦਾ ਪ੍ਰਚਾਰ ਕਰਦੇ ਰਹੇ। ਇਸੇ ਤਰ੍ਹਾਂ ਕ੍ਰਿਕਟ ਪੂਰੀ ਦੁਨੀਆ ਵਿੱਚ ਫੈਲ ਗਿਆ। ਹੋਰ ਦੇਸ਼ ਜਿਨ੍ਹਾਂ ਉੱਤੇ ਬ੍ਰਿਟੇਨ ਦਾ ਰਾਜ ਨਹੀਂ ਰਿਹਾ ਉਹਨਾਂ ਦੇਸ਼ਾਂ ਵਿੱਚ ਵੀ ਕ੍ਰਿਕਟ ਬਹੁਤ ਮਸ਼ਹੂਰ ਹੈ, ਪਰ ਵਰਲਡ ਕੱਪ ਨੂੰ ਬ੍ਰਿਟੇਨ ਦੁਆਰਾ ਜੋ ਗੁਲਾਮ ਰਹੇ ਸੀ ਦੇਸ਼ ਉਹੀ ਖੇਡਦੇ ਨੇ। ਸੋ ਅੱਗੇ ਗੱਲ ਕਰਦੇ ਹਾਂ, ਜਿਵੇਂ ਕਿ ਬਹੁਤ ਸਾਰੇ ਦੇਸ਼ਾਂ ਵਿੱਚ ਕੁਝ ਚੀਜ਼ਾਂ ਲੀਗਲ ਹੁੰਦੀਆਂ ਨੇ ਤੇ ਉਹੀ ਹੋਰ ਦੇਸ਼ਾਂ ਵਿੱਚ ਇਨਲੀਗਲ ਹੁੰਦੀਆਂ ਨੇ, ਜਿਵੇਂ ਕਿ ਗੈਂਬਲਿੰਗ, ਜੂਆ। ਤੇ ਇੰਡੀਆ ਵਿੱਚ ਜੂਆ ਨਾ ਇਨਲੀਗਲ ਹੈ ਤੇ ਨਾ ਹੀ ਲੀਗਲ ਹੈ। ਇਹ ਸਟੇਟ ਦੇ ਹੱਥ ਵਿੱਚ ਹੈ, ਉਹ ਚਾਹੇ ਤਾਂ ਕਸੀਨੋ ਬਣਾ ਸਕਦੀ ਹੈ, ਪਰ ਲਾਅ ਦੇ ਮੁਤਾਬਿਕ ਇੰਡੀਆ ਵਿੱਚ ਬਹੁਤ ਤਰ੍ਹਾਂ ਦੇ ਜੂਏ ਕਸੀਨੋ ਵਿੱਚ ਨਹੀਂ ਖੇਡੇ ਜਾ ਸਕਦੇ। ਸੋ ਇਸ ਕਰਕੇ ਕਸੀਨੋ ਬਣਾਉਣ ਦਾ ਕੋਈ ਮਤਲਬ ਹੀ ਨਹੀਂ ਰਹਿ ਜਾਂਦਾ। ਹੁਣ ਇੰਡੀਆ ਵਿੱਚ 3 ਸਟੇਟਾਂ ਨੇ, ਜਿਵੇਂ ਕਿ ਸਿੱਕਮ, ਦਮਨ ਤੇ ਗੋਆ। ਇਹਨਾਂ ਵਿੱਚ ਕਸੀਨੋ ਲੀਗਲ ਖੁੱਲੇ ਹੋਏ ਨੇ ਕਿਉਂਕਿ ਉੱਥੇ ਸਟੇਟ ਨੂੰ ਚਲਾਉਣ ਲਈ ਕੋਈ ਹੋਰ ਸੋਰਸ ਨਹੀਂ ਹੈ। ਟੂਰਿਸਟ ਨੂੰ ਕਸੀਨੋ ਦੇ ਲਾਲਚ ਨਾਲ ਉਹ ਆਪਣੇ ਵੱਲ ਖਿੱਚਦੇ ਨੇ ਤੇ ਇਸ ਨਾਲ ਉਹ ਆਪਣੀ ਸਟੇਟ ਦੀ ਇਕਨੋਮੀ ਨੂੰ ਵਧਾਉਂਦੇ ਨੇ। ਤੇ ਜੋ ਯੂਏ ਇੰਡੀਆ ਦੀ ਧਰਤੀ ਤੇ ਲਾਅ ਦੇ ਹਿਸਾਬ ਨਾਲ ਬੈਨ ਨੇ, ਉਹਨਾਂ ਨੂੰ ਇਹ ਸਟੇਟਾਂ ਨੇ ਵੱਡੇ ਕਰੂਜ਼ ਸ਼ਿਪਾਂ ਦੀ ਮਦਦ ਨਾਲ ਸਮੁੰਦਰ ਦੇ ਪਾਣੀ ਉੱਤੇ ਚਲਾਇਆ ਹੋਇਆ ਹੈ। ਇਸ ਤਰ੍ਹਾਂ ਲਾਅ ਵੀ ਨਹੀਂ ਟੁੱਟ ਰਿਹਾ ਤੇ ਕਸੀਨੋ ਵੀ ਚੱਲ ਰਹੇ ਨੇ ਕਿਉਂਕਿ ਉਹ ਧਰਤੀ ਤੇ ਨਹੀਂ ਪਾਣੀ ਤੇ ਚੱਲਦੇ ਨੇ। ਤੇ ਅੱਗੇ ਗੱਲ ਕਰਦੇ ਹਾਂ, ਹਾਲ ਹੀ ਵਿੱਚ ਪੂਰੇ ਦੇਸ਼ ਵਿੱਚ ਬਹੁਤ ਥਾਵਾਂ ਦੇ ਨਾਮ ਬਦਲੇ ਗਏ ਨੇ ਕਿਉਂਕਿ ਉਹਨਾਂ ਦਾ ਕਹਿਣਾ ਸੀ ਕਿ ਇਹ ਨਾਮ ਮੁਗਲਾਂ ਦੁਆਰਾ ਰੱਖੇ ਗਏ ਸੀ, ਅਸੀਂ ਆਪ ਦੇ ਨਾਮ ਰੱਖਾਂਗੇ। ਤੇ ਆਜ਼ਾਦੀ ਤੋਂ ਬਾਅਦ ਵੀ ਕਈ ਸੌ ਸ਼ਹਿਰਾਂ ਦੇ ਨਾਮ ਚੇਂਜ ਕੀਤੇ ਗਏ ਸੀ ਕਿਉਂਕਿ ਉਹ ਨਾਮ ਅੰਗਰੇਜ਼ਾਂ ਦੁਆਰਾ ਰੱਖੇ ਗਏ ਸੀ। ਪਰ ਆਮ ਬੰਦੇ ਲਈ ਇਹ ਕੋਈ ਬਹੁਤੀ ਵੱਡੀ ਗੱਲ ਨਹੀਂ, ਪਰ ਇੱਕ ਸ਼ਹਿਰ ਜਾਂ ਸਟੇਟ ਦਾ ਨਾਮ ਬਦਲਣ ਲਈ 200 ਤੋਂ 500 ਕਰੋੜ ਰੁਪਏ ਤੱਕ ਦਾ ਖਰਚਾ ਆਉਂਦਾ ਹੈ ਤੇ ਇਸ ਤੋਂ ਬਾਅਦ ਹੋਰ ਬਹੁਤ ਸਾਰੀਆਂ ਮੁਸ਼ਕਲਾਂ। ਤੇ ਇਹ ਖਰਚ ਉਸ ਜਗ੍ਹਾ ਦੇ ਸਾਈਜ਼, ਪੋਪੂਲੇਟੀ ਤੇ ਵੀ ਨਿਰਭਰ ਕਰਦਾ ਹੈ ਕਿਉਂਕਿ ਜਦੋਂ ਕੋਈ ਨਾਮ ਬਦਲਿਆ ਜਾਂਦਾ ਤਾਂ ਪੂਰੇ ਦੇਸ਼ ਵਿੱਚ ਉਸ ਥਾਂ ਦਾ ਰਿਕਾਰਡ ਬਦਲਿਆ ਜਾਂਦਾ ਹੈ ਤੇ ਪੂਰਾ ਲੀਗਲ ਪ੍ਰੋਪਰ ਵਰਕ ਕੀਤਾ ਜਾਂਦਾ ਹੈ। ਉਸ ਸ਼ਹਿਰ ਦੇ ਮੈਪ ਉੱਤੇ ਰੋਡ ਐਂਟਰੀਜ਼ ਵੀ ਬਦਲਣੀਆਂ ਪੈਂਦੀਆਂ ਨੇ। ਦੇਸ਼ ਤੋਂ ਬਾਅਦ ਇੰਟਰਨੈਸ਼ਨਲੀ ਵੀ ਰਿਕਾਰਡ ਚੇਂਜ ਕੀਤਾ ਜਾਂਦਾ ਹੈ। ਉਸ ਸ਼ਹਿਰ ਦਾ 에ਅਰ ਕੋਡ, ਰੇਲਵੇ ਕੋਡ ਤੇ ਬੱਸ ਕੋਡ ਵੀ ਬਦਲਣਾ ਪੈਂਦਾ ਹੈ। ਉਸ ਨੂੰ ਨਵਾਂ ਕੋਡ ਇਸ਼ੂ ਕੀਤਾ ਜਾਂਦਾ ਹੈ ਤੇ ਇਸ ਦੇ ਨਾਲ ਉਸ ਸ਼ਹਿਰ ਵਿੱਚ ਚੱਲਣ ਵਾਲੇ ਸਾਰੇ ਬਿਜ਼ਨਸਾਂ ਨੂੰ ਵੀ ਆਪਣੀ ਮਾਰਕੀਟਿੰਗ ਐਡਵਰਟਾਈਜ਼ਮੈਂਟ ਬਦਲਣੀ ਪੈਂਦੀ ਹੈ ਤੇ ਸਾਰੇ ਬੈਨਰ ਵੀ ਹਟਾ ਕੇ ਨਵੇਂ ਨਾਮ ਨਾਲ ਲਗਾਉਣੇ ਪੈਂਦੇ ਨੇ। ਇਹਨਾਂ ਸਾਰੀਆਂ ਚੀਜ਼ਾਂ ਨੂੰ ਅਪਡੇਟ ਕਰਨ ਲਈ ਕਈ 100 ਕਰੋੜ ਦਾ ਖਰਚ ਆ ਜਾਂਦਾ ਹੈ। ਤੇ ਅੱਗੇ ਗੱਲ ਕਰਦੇ ਹਾਂ ਕਿ ਪਲਾਸਟਿਕ ਸਰਜਰੀ ਵਿੱਚ ਪਲਾਸਟਿਕ ਵਰਤਿਆ ਜਾਂਦਾ ਹੈ, ਜੇ ਨਹੀਂ ਤਾਂ ਇਸ ਨੂੰ ਪਲਾਸਟਿਕ ਸਰਜਰੀ ਕਿਉਂ ਕਹਿੰਦੇ ਨੇ। ਪਲਾਸਟਿਕ ਸਰਜਰੀ ਵਿੱਚ ਪਲਾਸਟਿਕ ਦਾ ਮਤਲਬ ਹੈ ਰੀਸ਼ੇਪ। ਇਹ ਗ੍ਰੀਕ ਸ਼ਬਦ ਪਲਾਸਟਿਕ ਤੋਂ ਲਿਆ ਗਿਆ ਹੈ। ਇਹ ਸਰਜਰੀ ਵਿੱਚ ਬਾਡੀ ਦੇ ਦੂਜੇ ਅੰਗ ਤੋਂ ਸਕਿਨ ਲੈ ਕੇ ਸਰਜਰੀ ਕਰਨ ਵਾਲੀ ਜਗ੍ਹਾ ਤੇ ਲਗਾਈ ਜਾਂਦੀ ਹੈ। ਇਸ ਦੀ ਸ਼ੁਰੂਆਤ ਅਸਲ ਵਿੱਚ ਵਰਲਡ ਵਾਰ 2 ਵਿੱਚ ਉਦੋਂ ਕੀਤੀ ਗਈ ਜਦੋਂ ਵਰਲਡ ਵਾਰ 2 ਵਿੱਚ ਗਏ ਸੈਨਿਕਾਂ ਦਾ ਕੁਝ ਹਿੱਸਾ ਨੁਕਸਾਨਿਆ ਜਾਂਦਾ ਸੀ ਤਾਂ ਉਹਨਾਂ ਫੌਜੀਆਂ ਨੂੰ ਸਰਜਰੀ ਕਰਕੇ ਫੇਕ ਅੰਗ ਦੇ ਦਿੱਤੇ ਜਾਂਦੇ ਸੀ, ਜਿਵੇਂ ਕਿ ਬੁੱਲ, ਕੰਨ ਤੇ ਨੱਕ। ਪਰ ਅੱਜ ਦੇ ਸਮੇਂ ਪਲਾਸਟਿਕ ਸਰਜਰੀ ਬਹੁਤ ਐਡਵਾਂਸ ਹੋ ਗਈ ਹੈ। ਬਹੁਤ ਸਾਰੇ ਐਕਟਰ ਵੀ ਆਪਣੇ ਚਿਹਰੇ ਨੂੰ ਸ਼ੇਪ ਦੇਣ ਲਈ ਇਹ ਸਰਜਰੀ ਕਰਵਾਉਂਦੇ ਨੇ, ਜਿਵੇਂ ਕਿ ਤੁਸੀਂ ਬਾਲੀਵੁੱਡ ਦੇ ਬਹੁਤ ਸਾਰੇ ਐਕਟਰ ਦੇਖ ਸਕਦੇ ਹੋ। ਤੇ ਪੂਰੀ ਦੁਨੀਆ ਦੇ ਸਭ ਤੋਂ ਮਸ਼ਹੂਰ ਡਾਕਟਰ ਤੇ ਤਕਨੀਕ ਵੀ ਸਾਊਥ ਕੋਰੀਆ ਵਿੱਚ ਹੀ ਮੌਜੂਦ ਹੈ ਤੇ ਉੱਥੋਂ ਦੀ 20% ਆਬਾਦੀ ਆਪਣੀ ਜ਼ਿੰਦਗੀ ਵਿੱਚ ਇੱਕ ਨਾ ਇੱਕ ਵਾਰ ਪਲਾਸਟਿਕ ਸਰਜਰੀ ਜ਼ਰੂਰ ਕਰਾਉਂਦੀ ਹੈ ਤੇ ਉਹ ਬਿਲਕੁਲ ਕਿਸੇ ਦਾ ਸੇਮ ਟੂ ਸੇਮ ਵੀ ਬਣਾ ਸਕਦੇ ਨੇ। ਪਰ ਤੁਹਾਨੂੰ ਦੱਸ ਦਈਏ ਕਿ ਕਿਸੇ ਜਿਉਂਦੇ ਬੰਦੇ ਦੀ ਸੇਮ ਸ਼ਕਲ ਵਰਗੀ ਸਰਜਰੀ ਕਰਾਉਣਾ ਕਾਨੂੰਨੀ ਜੁਰਮ ਹੈ।
ਹਰ ਇੱਕ ਦੇਸ਼ ਵਿੱਚ। ਸੋ ਸ਼ੁਕਰ ਕਰਿਆ ਕਰੋ ਜਿਨ੍ਹਾਂ ਨੂੰ ਰੱਬ ਨੇ ਚੰਗੀਆਂ ਸ਼ਕਲਾਂ ਬਖਸ਼ੀਆਂ ਨੇ। ਸੋ ਅੱਗੇ ਗੱਲ ਕਰਦੇ ਹਾਂ, ਦੁਨੀਆ ਵਿੱਚ ਬਹੁਤ ਸਾਰੀਆਂ ਅਮੀਰ ਥਾਵਾਂ ਨੇ, ਪਰ ਦੁਨੀਆ ਦੀ ਸਭ ਤੋਂ ਅਮੀਰ ਜਗ੍ਹਾ ਅਮਰੀਕਾ ਦੀ ਫੋਰਟ ਨੌਕਸ ਹੈ। ਇਹ ਇਸ ਕਰਕੇ ਅਮੀਰ ਹੈ ਕਿਉਂਕਿ ਇੱਥੇ ਦੁਨੀਆ ਦਾ ਸਭ ਤੋਂ ਜ਼ਿਆਦਾ ਸੋਨਾ ਰੱਖਿਆ ਗਿਆ ਹੈ। ਇੱਥੇ 200 ਟ੍ਰਿਲੀਅਨ ਡਾਲਰ ਮਤਲਬ ਕਿ 15,000 ਲੱਖ ਕਰੋੜ ਤੋਂ ਵੀ ਜ਼ਿਆਦਾ ਸੋਨਾ। ਸਾਡੇ ਪੂਰੇ ਦੇਸ਼ ਦੀ GDP 3 ਟ੍ਰਿਲੀਅਨ ਡਾਲਰ ਹੈ। ਇਹ ਜਗ੍ਹਾ 1 ਲੱਖ ਏਕੜ ਵਿੱਚ ਫੈਲੇ ਮਿਲਟਰੀ ਬੇਸ ਦੇ ਅੰਦਰ ਮੌਜੂਦ ਹੈ। 30,000 ਸੈਨਿਕ ਸਿਰਫ ਇਸ ਬਿਲਡਿੰਗ ਦੀ ਸੁਰੱਖਿਆ ਕਰਨ ਤੇ ਹੀ ਨੇ, ਬਾਕੀ 3 ਲੱਖ ਸੈਨਿਕ ਇਸ ਪੂਰੇ ਏਰੀਏ ਦੀ ਸੁਰੱਖਿਆ ਕਰ ਰਿਹਾ ਹੈ। ਇੱਥੇ ਪਏ ਸਾਰੇ ਸੋਨੇ ਨੂੰ US ਡਿਪਾਰਟਮੈਂਟ ਆਫ ਟ੍ਰੈਜਰੀ ਓਨ ਕਰਦੀ ਹੈ ਤੇ ਇੱਥੇ ਸੋਨੇ ਦੇ ਨਾਲ-ਨਾਲ ਅਮਰੀਕਾ ਦੇ ਕੁਝ ਹੋਰ ਮਹੱਤਵਪੂਰਨ ਕਾਗਜ਼ ਵੀ ਰੱਖੇ ਹੋਏ ਨੇ। ਇਸ ਨੂੰ ਅਮਰੀਕਾ ਆਰਮੀ ਨੇ 1932 ਵਿੱਚ ਬਣਾ ਕੇ ਤਿਆਰ ਕੀਤਾ। ਇਸ ਦੀਆਂ ਕੰਧਾਂ ਬੰਬ ਪ੍ਰੂਫ ਨੇ, ਜਿਨ੍ਹਾਂ ਤੇ ਕਿਸੇ ਵੀ ਤਰ੍ਹਾਂ ਦੇ ਬੰਬ ਦਾ ਹਮਲਾ ਕੋਈ ਵੀ ਨੁਕਸਾਨ ਨਹੀਂ ਕਰ ਸਕਦਾ। ਇਸ ਬਿਲਡਿੰਗ ਵਿੱਚ ਸੋਨਾ ਕਿਵੇਂ ਰੱਖਿਆ ਗਿਆ ਹੈ, ਇਸ ਦਾ ਕਿਸੇ ਵੀ ਸਿਕਿਉਰਿਟੀ ਗਾਰਡ ਨੂੰ ਨਹੀਂ ਪਤਾ ਤੇ ਸਾਰਾ ਸੋਨਾ ਹਰੇਕ ਤਰ੍ਹਾਂ ਦੀ ਕੁਦਰਤੀ ਆਫਤ ਤੋਂ ਸੁਰੱਖਿਅਤ ਰੱਖਿਆ ਗਿਆ ਹੈ। ਸੋ ਇਹ ਸੀ ਇੱਥੋਂ ਦੀ ਲੀਗਲ ਇਨਫੋਰਮੇਸ਼ਨ। ਪਰ ਕੀ ਪਤਾ US ਹੋਰ ਦੇਸ਼ਾਂ ਨੂੰ ਪਾਗਲ ਹੀ ਬਣਾ ਰਿਹਾ ਹੋਵੇ, ਇੱਥੇ ਇੰਨਾ ਸੋਨਾ ਹੋਵੇ ਹੀ ਨਾ, ਕਿਉਂਕਿ ਇਹ ਤਾਂ ਉਹ ਕਹਿ ਰਹੇ ਨੇ ਕਿ ਸਾਡੇ ਕੋਲ ਇੰਨਾ ਸੋਨਾ ਹੈ, ਕਿਹੜਾ ਕਿਸੇ ਨੇ ਤੋਲ ਕੇ ਦੇਖਿਆ। ਸੋ ਅੱਗੇ ਗੱਲ ਕਰਦੇ ਹਾਂ, ਇੱਕ 5 ਸਾਲ ਦਾ ਬੱਚਾ ਕੀ ਕਰ ਸਕਦਾ ਹੈ। ਉਹ ਖੇਡਦਾ ਹੋਵੇਗਾ ਜਾਂ ਨਰਸਰੀ 'ਚ ਪੜ੍ਹਦਾ ਹੋਵੇਗਾ, ਪਰ ਇੱਕ ਅਜਿਹੇ ਬੱਚੇ ਬਾਰੇ ਗੱਲ ਕਰਾਂਗੇ ਜੋ PhD ਵੀ ਕਰ ਚੁੱਕਿਆ ਹੈ, ਮਾਸਟਰ ਡਿਗਰੀ ਵੀ ਪੂਰੀ ਕਰ ਚੁੱਕਿਆ ਤੇ ਨਾਸਾ ਵਿੱਚ ਵੀ ਜਾ ਚੁੱਕਿਆ ਹੈ। ਪਰ ਕਿਵੇਂ? 1962 ਵਿੱਚ ਸਾਊਥ ਕੋਰੀਆ ਵਿੱਚ ਕਿਮ ਯੋਂਗ ਆਪਣੇ ਜਨਮ ਦੇ 1 ਸਾਲ ਅੰਦਰ 2 ਭਾਸ਼ਾਵਾਂ ਬੋਲਣੀਆਂ ਸਿੱਖ ਗਿਆ ਤੇ 5 ਸਾਲ ਦਾ ਹੁੰਦਾ ਹਾਈ ਸਕੂਲ ਪਾਸ ਕਰ ਗਿਆ ਤੇ 8 ਸਾਲ ਦਾ ਹੋਣ ਤੱਕ PhD ਪੂਰੀ ਕਰ ਦਿੱਤੀ। ਇਸ ਤੋਂ ਬਾਅਦ ਇਸ ਨੂੰ ਦੁਨੀਆ ਦਾ ਸਭ ਤੋਂ ਸਮਾਰਟ ਬੱਚੇ ਦਾ ਗਿਨੀਜ਼ ਵਰਲਡ ਰਿਕਾਰਡ ਮਿਲਿਆ। ਇਸ ਤੋਂ ਬਾਅਦ ਫਿਰ ਉਹ ਹੋਰ ਪੜ੍ਹਨ ਲਈ ਅਮਰੀਕਾ ਦੀ ਯੂਨੀਵਰਸਿਟੀ ਵਿੱਚ ਗਿਆ, ਪਰ ਉੱਥੇ ਉਸਦੇ ਮਾਤਾ-ਪਿਤਾ ਨੇ ਦੇਖਿਆ ਕਿ ਟੀਚਰ ਨੂੰ ਕੁਝ ਜ਼ਿਆਦਾ ਨਹੀਂ ਆਉਂਦਾ। ਇਸ ਤੋਂ ਬਾਅਦ ਉਹ ਦੁਬਾਰਾ ਸਾਊਥ ਕੋਰੀਆ ਆ ਗਿਆ ਤੇ ਇੱਥੇ ਰਹਿੰਦੇ ਹੋਏ ਉਹਨਾਂ ਨੂੰ ਨਾਸਾ ਦਾ ਆਫਰ ਆਇਆ ਤੇ ਉਹ ਨਾਸਾ ਵਿੱਚ ਚਲਾ ਗਿਆ ਤੇ ਉੱਥੇ 15 ਸਾਲ ਦੀ ਉਮਰ ਹੋਣ ਤੱਕ ਉਹ ਨਾਸਾ ਵਿੱਚ ਟੌਪ ਤੇ ਪਹੁੰਚ ਗਿਆ। ਪਰ ਇੱਥੇ ਉਸਨੇ ਦੇਖਿਆ ਕਿ ਉਸਦੇ ਕੰਮ ਦਾ ਕ੍ਰੈਡਿਟ ਹੋਰ ਵਿਗਿਆਨੀ ਲੈ ਰਹੇ ਨੇ ਤੇ ਉਹ ਫਿਰ ਕੁਝ ਸਾਲ ਕੰਮ ਕਰਨ ਤੋਂ ਬਾਅਦ ਆਪਣੇ ਦੇਸ਼ ਆ ਗਿਆ। ਸੋ ਕਮਾਲ ਦੀ ਗੱਲ ਹੈ ਕਿ ਕਿਸੇ ਦੀ ਲਾਈਫ ਇੰਨੀ ਫਾਸਟ ਵੀ ਹੋ ਸਕਦੀ ਹੈ ਤੇ ਉਸਨੇ ਹੁਣ ਰੁਕ ਕੇ ਆਮ ਇਨਸਾਨਾਂ ਵਾਂਗ ਰਹਿਣ ਬਾਰੇ ਸੋਚਿਆ ਹੈ ਤੇ ਉਹ 18-20 ਸਾਲ ਦੀ ਉਮਰ ਵਿੱਚ ਇੱਕ ਟੀਚਰ ਬਣ ਗਿਆ ਸੀ ਤੇ ਅੱਜ ਵੀ 60 ਸਾਲ ਦੀ ਉਮਰ ਵਿੱਚ ਉਹ ਦੁਨੀਆ ਦਾ ਸਭ ਤੋਂ ਸਮਾਰਟ ਬੰਦਾ ਹੈ। ਪਰ ਲੋਕ ਉਸ ਨੂੰ ਨਿਕੰਮਾ ਜੀਨੀਅਸ ਮੰਨਦੇ ਨੇ ਕਿਉਂਕਿ ਲੋਕਾਂ ਨੂੰ ਜੀਨੀਅਸ ਬੰਦਿਆਂ ਤੋਂ ਚਮਤਕਾਰ ਦੇਖਣੇ ਪਸੰਦ ਨੇ। ਸੋ ਅੱਗੇ ਗੱਲ ਕਰਦੇ ਹਾਂ, ਇਨਸਾਨ ਤੇ ਜਾਨਵਰ ਪੰਛੀਆਂ ਦੀ ਜ਼ਿੰਦਗੀ ਦਾ ਇੱਕ ਲਾਈਫ ਸਾਈਕਲ ਹੁੰਦਾ ਹੈ ਜੋ ਬਚਪਨ ਤੋਂ ਬੁਢਾਪੇ ਵੱਲ ਚੱਲਦਾ ਹੈ। ਪਰ ਹਾਈਡਰੋਜ਼ੋਨ ਟਰਰੀਟੋਪਸਿਸ ਨਾਮ ਦੀ ਜੈਲੀ ਫਿਸ਼ ਆਪਣੀ ਲਾਈਫ ਸਾਈਕਲ ਨੂੰ ਰਿਕਵਰ ਕਰ ਸਕਦੀ ਹੈ, ਮਤਲਬ ਕਿ ਬਚਪਨ ਤੋਂ ਬੁਢਾਪੇ ਤੱਕ ਤੇ ਬੁਢਾਪੇ ਤੋਂ ਬਾਅਦ ਮਰਨ ਦੀ ਜਗ੍ਹਾ ਦੁਬਾਰਾ ਤੋਂ ਬਚਪਨ ਵਿੱਚ ਚਲੇ ਜਾਂਦੀ ਹੈ। ਇਹ ਜੈਲੀ ਫਿਸ਼ 98% ਪਾਣੀ ਤੋਂ ਬਣੀ ਹੁੰਦੀ ਹੈ। ਜਦੋਂ ਇਹ ਮਰਨ ਦੇ ਨੇੜੇ ਚਲੇ ਜਾਂਦੀ ਹੈ ਤਾਂ ਇਹ ਸੁੰਗੜਨ ਲੱਗ ਜਾਂਦੀ ਹੈ। ਕਹਿ ਲਓ ਕਿ ਇਸ ਦਾ ਬੇਸ਼ੱਕ ਥੋੜਾ ਜਿਹਾ ਹਿੱਸਾ ਹੀ ਬਚਿਆ ਹੋਵੇ, ਜਿਸ ਤੋਂ ਬਾਅਦ ਇਹ ਫੇਰ ਬਚਪਨ ਵਿੱਚ ਚਲੇ ਜਾਂਦੀ ਹੈ ਤੇ ਇਹ ਪ੍ਰਕਿਰਿਆ ਉਦੋਂ ਤੱਕ ਚੱਲਦੀ ਰਹਿੰਦੀ ਹੈ ਜਦੋਂ ਤੱਕ ਇਸ ਨੂੰ ਕੋਈ ਦੂਜਾ ਜੀਵ ਨਾ ਮਾਰੇ। ਜੇਕਰ ਕੋਈ ਜੀਵ ਇਸ ਨੂੰ ਨਹੀਂ ਮਾਰਦਾ ਤਾਂ ਇਹ ਅਮਰ ਹੈ ਤੇ ਹੁਣ ਕੁਝ ਵਿਗਿਆਨੀ ਇਸ ਤੇ ਖੋਜ ਕਰ ਰਹੇ ਨੇ ਕਿ ਇਹ ਇਨਸਾਨਾਂ ਨਾਲ ਵੀ ਕੀਤਾ ਜਾ ਸਕੇ ਤੇ ਇਹ ਐਕਸਪੈਰੀਮੈਂਟ ਨੂੰ ਚੂਹਿਆਂ ਨਾਲ ਕੀਤਾ ਗਿਆ ਤਾਂ ਇਹ ਸਫਲ ਹੋ ਗਏ। ਪਰ ਉਹਨਾਂ ਨੇ ਤਰੀਕਾ ਕੀ ਵਰਤਿਆ ਹਲੇ ਤੱਕ ਇਹ ਲੋਕਾਂ ਸਾਹਮਣੇ ਨਹੀਂ ਆਇਆ। ਸੋ ਅੱਗੇ ਗੱਲ ਕਰਦੇ ਹਾਂ ਹੱਥ ਦੀਆਂ ਲਕੀਰਾਂ ਬਾਰੇ, ਜਿਸ ਬਾਰੇ ਬਹੁਤ ਸਾਰੇ ਲੋਕਾਂ ਦਾ ਮੰਨਣਾ ਹੁੰਦਾ ਹੈ ਕਿ ਇਹ ਸਾਡਾ ਫਿਊਚਰ ਦੱਸਦੀਆਂ ਨੇ। ਸੋ ਇੱਕ ਅਲੱਗ ਵਿਸ਼ਾ ਹੈ ਜਿਸ ਬਾਰੇ ਮੰਨਣਾ ਜਾਂ ਨਾ ਮੰਨਣਾ ਇਹ ਤੁਹਾਡੇ ਉੱਤੇ ਹੈ। ਆਪਾਂ ਗੱਲ ਕਰਾਂਗੇ ਕਿ ਅਸਲ ਵਿੱਚ ਹੱਥ ਦੇ ਲਕੀਰਾਂ ਬਣਨ ਦਾ ਅਸਲ ਕਾਰਨ ਕੀ ਹੈ। ਇਹ ਸਾਡੇ ਜਨਮ ਨਾਲ ਜੁੜਿਆ ਹੋਇਆ ਹੈ। ਜਦੋਂ ਅਸੀਂ ਮਾਂ ਦੇ ਪੇਟ ਵਿੱਚ ਹੁੰਨੇ ਆ ਤਾਂ ਸਾਡੇ ਹੱਥ ਜਨਮ ਤੱਕ ਬੰਦ ਹੀ ਰਹਿੰਦੇ ਨੇ ਤੇ ਜਿਸ ਕਾਰਨ ਹੱਥਾਂ ਦੀਆਂ ਲਕੀਰਾਂ ਬਣ ਜਾਂਦੀਆਂ ਨੇ ਤੇ ਹਰ ਇੱਕ ਦੇ ਹੱਥ ਦੀਆਂ ਲਾਈਨਾਂ ਵੱਖਰੀਆਂ ਹੁੰਦੀਆਂ ਨੇ, ਮਤਲਬ ਜਿੱਥੇ ਉਸਦੇ ਹੱਥ ਤੇ ਪ੍ਰੈਸ਼ਰ ਪਿਆ ਉਸ ਹਿਸਾਬ ਨਾਲ ਉਸਦੇ ਹੱਥ ਦੀਆਂ ਲਕੀਰਾਂ ਬਣ ਜਾਂਦੀਆਂ ਨੇ ਤੇ ਵੱਡੇ ਹੁੰਦੇ ਤੱਕ ਇਹ ਲਾਈਨਾਂ ਬਦਲਦੀਆਂ ਵੀ ਰਹਿੰਦੀਆਂ ਨੇ। ਜਿਵੇਂ ਜਿਹੜੀ ਜਗ੍ਹਾ ਤੇ ਪ੍ਰੈਸ਼ਰ ਘਟ ਜਾਂਦਾ ਹੈ ਉਸ ਥਾਂ ਤੇ ਇਹ ਫਿੱਕੀਆਂ ਪੈਣ ਲੱਗ ਜਾਂਦੀਆਂ ਨੇ। ਤੇ ਅੱਗੇ ਗੱਲ ਕਰਦੇ ਹਾਂ 2017 ਵਿੱਚ ਅਮਰੀਕਾ ਦੇ ਵਿਗਿਆਨੀਆਂ ਨੇ ਕੁਝ ਅਜਿਹਾ ਕੀਤਾ ਜੋ ਹੈਰਾਨ ਕਰਨ ਵਾਲਾ ਹੈ। ਵਿਗਿਆਨੀਆਂ ਨੇ ਪਲਾਸਟਿਕ ਦੇ ਬਣਾਏ ਸਪੈਸ਼ਲ ਬੈਗ ਵਿੱਚ ਬੱਕਰੇ ਦੇ ਬੱਚੇ ਨੂੰ ਪੂਰਾ ਤਿਆਰ ਕਰਕੇ ਜਨਮ ਦਿਵਾਇਆ। ਇਹ ਇੱਕ ਆਰਟੀਫੀਸ਼ੀਅਲ ਕੁੱਖ ਹੈ ਜਿਸ ਵਿੱਚ ਇਸ ਨੂੰ ਤਿਆਰ ਕੀਤਾ ਗਿਆ। ਜਦੋਂ ਇਹਨਾਂ ਨੂੰ ਪੁੱਛਿਆ ਗਿਆ ਕਿ ਇਹ ਫਿਊਚਰ ਵਿੱਚ ਇਨਸਾਨੀ ਬੱਚਿਆਂ ਲਈ ਵੀ ਵਰਤਿਆ ਜਾ ਸਕਦਾ ਹੈ ਤਾਂ ਉਹਨਾਂ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਅਸੀਂ ਇਨਸਾਨੀ ਬੱਚੇ ਨੂੰ ਇਸ ਤਰ੍ਹਾਂ ਪੈਦਾ ਹੀ ਨਹੀਂ ਸਗੋਂ ਡਿਜ਼ਾਈਨ ਵੀ ਕਰ ਸਕਾਂਗੇ। ਬੱਚੇ ਦੇ ਮਾਤਾ ਪਿਤਾ ਬੱਚੇ ਦਾ ਚਿਹਰਾ, ਅੱਖਾਂ ਦੇ ਵਾਲ, ਰੰਗ ਬਰੰਗੀਆਂ ਚੀਜ਼ਾਂ ਹੋਰ ਬਹੁਤ ਕੁਝ ਚੁਣ ਸਕਦੇ ਨੇ
ਇਸ ਤਰ੍ਹਾਂ ਪੂਰਾ ਡਿਜ਼ਾਈਨ ਕੀਤਾ ਬੱਚਾ ਪੈਦਾ ਹੋਵੇਗਾ ਤੇ ਇਹ ਫਿਊਚਰ ਵਿੱਚ ਹੋਣਾ ਆਮ ਗੱਲ ਹੈ। ਮਤਲਬ ਤੁਸੀਂ ਆਪਣੇ ਬੱਚੇ ਨੂੰ ਆਪਣੇ ਹਿਸਾਬ ਨਾਲ ਜੋ ਉਸ ਵਿੱਚ ਚਾਹੀਦਾ ਹੈ ਉਸ ਤਰ੍ਹਾਂ ਡਿਜ਼ਾਈਨ ਕਰ ਸਕਦੇ ਹੋ। ਕਿਹੜੀਆਂ ਆਦਤਾਂ ਤੁਹਾਨੂੰ ਉਸ ਵਿੱਚ ਚਾਹੀਦੀਆਂ ਨੇ, ਕਿਵੇਂ ਦਾ ਉਸਦਾ ਚਿਹਰਾ, ਕਿਵੇਂ ਦਾ ਉਸਦਾ ਸਰੀਰ, ਸਭ ਕੁਝ। ਸੋ ਲਾਸਟ ਵਿੱਚ ਗੱਲ ਕਰਦੇ ਹਾਂ, ਸਿਹਤ ਮਨੁੱਖ ਦੇ ਫੈਸਲੇ ਕਰਨ ਦਾ ਆਧਾਰ ਹੁੰਦੀ ਹੈ। ਸੋ ਇਸ ਕਰਕੇ ਮਿਲਣ ਸਮੇਂ ਸਭ ਤੋਂ ਪਹਿਲਾਂ ਪੁੱਛਿਆ ਜਾਂਦਾ ਹੈ ਕੀ ਹਾਲ ਚਾਲ ਹੈ। ਸੋ ਦੂਜੇ ਨੰਬਰ ਤੇ ਗੱਲ ਕਰਦੇ ਹਾਂ, ਕੰਮ ਇਹ 3 ਕਿਸਮ ਦੇ ਹੁੰਦੇ ਨੇ। ਕੰਮ ਕਰਨ ਵਾਲੇ, ਦੂਜਿਆਂ ਨੂੰ ਕੰਮ ਕਰਦਿਆਂ ਵੇਖਣ ਵਾਲੇ ਤੇ ਕੀਤੇ ਗਏ ਕੰਮ ਵਿੱਚ ਨੁਕਸ ਕੱਢਣ ਵਾਲੇ। ਸੋ ਜੇਕਰ ਤੁਹਾਨੂੰ ਇਹ ਇਨਫੋਰਮੇਸ਼ਨ ਵਧੀਆ ਲੱਗੀ ਤਾਂ ਇੱਕ ਸ਼ੇਅਰ ਜ਼ਰੂਰ ਕਰ ਦਿਓ ਤੇ ਹਰ ਰੋਜ਼ ਮੋਟੀਵੇਸ਼ਨ ਦਾ ਡੋਜ਼ ਲੈਣ ਲਈ ਸਾਨੂੰ ਫੇਸਬੁੱਕ, ਇੰਸਟਾਗ੍ਰਾਮ ਤੇ ਟਵਿੱਟਰ ਉੱਤੇ ਫੋਲੋ ਕਰ ਸਕਦੇ ਹੋ। ਉੱਥੇ ਹਰ ਰੋਜ਼ ਮੋਟੀਵੇਸ਼ਨ ਦਾ ਡੋਜ਼ ਮਿਲਦਾ ਹੈ। ਸੋ ਨਵੇਂ ਦੋਸਤਾਂ ਨੂੰ ਬੇਨਤੀ ਹੈ ਕਿ ਹੋ ਸਕੇ ਤਾਂ ਚੈਨਲ ਸਬਸਕ੍ਰਾਈਬ ਕਰ ਲਿਓ ਤੇ ਨਾਲ ਦੀ ਨਾਲ ਬੈਲ ਦਾ ਬਟਨ ਜ਼ਰੂਰ ਦੱਬ ਲਿਓ ਤਾਂ ਜੋ ਸਾਡੀ ਨਵੀਂ ਵੀਡੀਓ ਤੁਹਾਡੇ ਕੋਲ ਸਭ ਤੋਂ ਪਹਿਲਾਂ ਪਹੁੰਚ ਸਕੇ। ਥੈਂਕ ਯੂ, ਧੰਨਵਾਦ।